ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਮਰਮਰੀ ਬਾਵਾ। ਇਸ ਵਿੱਚ ਇੱਕ ਆਠੀ ਸਾਧੂ ਦੀ ਜੀਵਨੀ ਦਾ ਕੁਝ ਹਿੱਸਾ ਦਰਸਾਇਆ ਗਿਆ ਹੈ ਜੋ ਉਸਨੇ ਸਹੁੰ ਖਾਧੀ ਸੀ ਕਿ ਔਰਤ ਨਾਲ ਕਦੀ ਛੋਏਗਾ ਨਹੀਂ। ਪਰ ਇੱਕ ਵਿਧਵਾ ਔਰਤ ਜੋ 18 ਕੁ ਵਰ੍ਹਿਆਂ ਦੀ ਸੀ, ਉਸਨੇ ਇਲਤਜਾ ਤੇ ਬੇਨਤੀ ਕੀਤੀ ਕਿ ਇੱਕ ਵਾਰੀ ਮੇਰੇ ਸੀਸ ਨੂੰ ਆਪਣੇ ਚਰਨਾਂ ਤੇ ਛੋਹਣ ਦਿਓ। ਪਰ ਉਸਨੇ ਕਿਹਾ, ਮੈਂ ਤੈਨੂੰ ਸਭ ਕੁਝ ਦਿੰਦਾ ਹਾਂ, ਕਰਾਮਾਤਾਂ, ਰਿੱਧੀਆਂ ਸਿੱਧੀਆਂ, ਮਨ ਦਾ ਚੈਨ, ਮਨ ਦੀ ਸ਼ਾਂਤੀ। ਜਿਹੜਾ ਮੰਤਰ ਮੈਂ ਜਪਦਾ ਉਹ ਤੈਨੂੰ ਦਿੰਦਾ ਹਾਂ, ਤੂੰ ਵੀ ਉਸ ਦਾ ਜਾਪ ਕਰ ਸਕਦੀ ਹੈ, ਪਰ ਆਪਣੇ ਕਦਮਾਂ ਨੂੰ ਮੈਂ ਤੈਨੂੰ ਛੋਹਣ ਨਹੀਂ ਦੇਵਾਂਗਾ। ਤਾਂ ਦੋਨਾਂ ਨੇ ਹੱਥ ਧਾਰ ਲਿਆ। ਉਹਨਾਂ ਨੇ ਕਿਹਾ ਮੈਂ ਛੋਵਾਂਗੀ, ਉਹਨਾਂ ਨੇ ਕਿਹਾ ਮੈਂ ਛੋਹਣ ਨਹੀਂ ਦੇਣਾ। ਇਸ ਤੇ ਆਧਾਰਿਤ ਇਹ ਜੀਵਨੀ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਬਸੰਤ ਰੁੱਤ ਦੀਆਂ ਸ਼ਾਮਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦਾ ਚੌਗਿਰਦਾ ਅਤੇ ਰੰਗ ਢੰਗ ਬਹੁਤ ਹੀ ਸੁਹਾਵਣਾ ਹੁੰਦਾ। ਆਸਮਾਨ ਨੀਲੇ ਅਤੇ ਸੂਹੇ ਲਾਲ ਰੰਗ ਦੀ ਭਾ ਮਾਰਦਾ ਹੈ। ਇਹ ਰੰਗ ਹਰਿਮੰਦਰ ਦੇ ਸੁਨਹਿਰੀ ਕਲਸ਼ ਤੇ ਪੈ ਕੇ ਸਰੋਵਰ ਦੇ ਨੀਲੇ ਪਾਣੀਆਂ ਵਿੱਚ ਸੁਨਹਿਰੀ ਲੜੀਆਂ ਵਾਂਗ ਝਰਦੇ ਹਨ, ਜਿਵੇਂ ਕਿ ਨਵ ਵਿਆਹੀਆਂ ਦੇ ਕੁੰਡ ਹੋਣ। ਲੋਕਾਂ ਦੇ ਹੱਥਾਂ ਅਤੇ ਗਲਾਂ ਵਿੱਚ ਗੇਂਦੇ ਦੇ ਅਤੇ ਗੁਲਾਬ ਦੇ ਫੁੱਲਾਂ ਦੇ ਹਾਰ ਲਹਿਰਦੇ ਹਨ। ਉਪਾਸ਼ਕਾਂ ਦੀ ਭੀੜ ਲੱਗੀ ਰਹਿੰਦੀ ਹੈ। ਧੱਕਮ ਧੱਕੇ ਵਿੱਚ ਆਦਮੀ ਅਤੇ ਔਰਤਾਂ ਦੇ ਰੰਗ ਬਿਰੰਗੇ ਕੱਪੜੇ ਸਰਸਰਾਉਂਦੇ ਹਨ। ਸ਼ਰਧਾਲੂ ਔਰਤਾਂ ਦੇ ਸਿਲਕ ਦੇ ਚੋਲੇ ਬਹੁਤ ਭੜਕੀਲੇ ਹੁੰਦੇ ਹਨ। ਕਈਆਂ ਦੇ ਤਾਂ ਉਹਨਾਂ ਦੀ ਸ਼ਕਲ ਸੂਰਤ ਅਤੇ ਰੰਗ ਰੂਪ ਤੋਂ ਵੀ ਸੋਹਣੇ ਹੁੰਦੇ ਹਨ। ਉਹ ਸ਼ਾਮ ਦੇ ਰੰਗਾਂ ਦੀ ਤਰ੍ਹਾਂ ਚਮਕਦੇ ਇਸ ਮਹਾਨ ਸਥਾਨ ਦੇ ਸੰਗਮਰਮਰ ਦੇ ਫਰਸ਼ ਨਾਲ ਘਸਰਦੇ ਜਾਂਦੇ ਹਨ। ਉਸ ਸ਼ਾਮ ਆਦਮੀ ਦੀਆਂ ਪਗੜੀਆਂ ਵੀ ਕਈਆਂ ਰੰਗਾਂ ਦੀਆਂ ਸਨ। ਮੋਤੀ ਰੰਗ ਦੀਆਂ, ਕਾਸ਼ਨੀ, ਆਸਮਾਨੀ, ਪੀਲੀਆਂ ਅਤੇ ਸੰਗਤਰੀ। ਇਹ ਤਰਕਾਲਾਂ ਦੇ ਸੁਨਹਿਰੀ ਪਰਛਾਵਿਆਂ ਨੂੰ ਅਜਿਹਾ ਭਰਪੂਰ ਰੰਗ ਪ੍ਰਦਾਨ ਕਰ ਰਹੀਆਂ ਸਨ ਜੋ ਪੂਰਬ ਵਿੱਚ ਕਿਸੇ ਹੋਰ ਥਾਂ ਨਹੀਂ ਮਿਲ ਸਕਦਾ। ਇਹ ਗੁਰਦੁਆਰਾ ਸੰਨਿਆਸੀਆਂ, ਯੋਗੀਆਂ ਜਾਂ ਸੰਕੀਰਣ ਬੁੱਧੀ ਵਾਲਿਆਂ ਦਾ ਨਹੀਂ। ਇਹ ਉਸ ਪੈਗੰਬਰ ਦਾ ਦਰ ਹੈ ਜਿਸ ਪਰਮਾਤਮਾ ਨੂੰ ਸੁੰਦਰਤਾ ਦੇ ਪੁੰਜ ਵਜੋਂ ਪਿਆਰਿਆ, ਇੰਨਾ ਪਿਆਰ ਕੀਤਾ ਕਿ ਉਸਨੂੰ ਹੋਰ ਕਿਤੇ ਵੀ ਕਿਸੇ ਵੀ ਸਮੇਂ ਅਤੇ ਕਿਸੇ ਵੀ ਚੀਜ਼ ਵਿੱਚ ਕੋਈ ਖੁਸ਼ੀ ਨਹੀਂ ਸੀ ਪ੍ਰਾਪਤ ਹੋਈ ਸਿਵਾਏ ਪ੍ਰਭੂ ਦਰਸ਼ਨ ਵਿੱਚੋਂ, ਉਸ ਦੇ ਨਾਮ ਵਿੱਚੋਂ, ਉਸ ਦੇ ਸਿਮਰਨ ਅਤੇ ਉਸ ਦੀ ਸਿਫਤ ਸਲਾਹ ਵਿੱਚੋਂ। ਇੱਥੇ ਕਈ ਵਾਰੀ ਧਰਮ ਦਾ ਅਰਥ ਬਸ ਚੰਗੇ ਕੱਪੜੇ ਪਾਉਣਾ ਹੀ ਹੁੰਦਾ ਹੈ। ਉਹ ਕੱਪੜੇ ਜਿਨ੍ਹਾਂ ਦੇ ਰੰਗ ਮੰਦਰ ਦੀਆਂ ਸ਼ਾਮਾਂ ਨਾਲ ਮੇਲ ਖਾਂਦੇ ਹੋਣ। ਕਈ ਵਾਰੀ ਇਸ ਦਾ ਅਰਥ ਅਥਰੂ ਭੇਜੇ ਨੈਣ ਅਤੇ ਸਰੋਵਰ ਦੇ ਨੀਲੇ ਪਾਣੀਆਂ ਵਿੱਚੋਂ ਛੁਪਦੇ ਸੂਰਜ ਦੀਆਂ ਕਿਰਮਿੱਛੀ ਕਿਰਨਾਂ ਧੋਤੇ ਚਿਹਰੇ ਹੁੰਦਾ ਹੈ। ਧਰਮ ਦਾ ਅਰਥ ਮੁਸਕਰਾਹਟਾਂ ਵੰਡਦੇ ਅਤੇ ਅਗੰਮੀ ਜੋਤ ਨੂੰ ਲੱਭਦੀਆਂ ਨਜ਼ਰਾਂ ਵਾਲੇ ਲੋਕਾਂ ਨਾਲ ਮੇਲ-ਗੇਲ ਕਰਨਾ ਵੀ ਹੁੰਦਾ ਹੈ। ਮਨੁੱਖਤਾ ਦਾ ਇਹ ਮੇਲ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਦੇਵਤੇ ਮਨੁੱਖੀ ਬਾਣੇ ਵਿੱਚ ਮੰਦਰ ਵਿਖੇ ਹਰ ਰੋਜ਼ ਲੱਗਦੇ ਮੇਲੇ ਵਿੱਚ ਆਉਂਦੇ ਹੋਣ। ਅਸਲ ਵਿੱਚ ਅਰਦਾਸ ਵਿੱਚ ਜੀਵਨ ਦਾ ਇੱਕ ਸਦੀਵੀ ਰੰਗ ਹੈ, ਖੁਸ਼ੀ ਹੈ, ਸੁਹੱਪਣ ਹੈ। ਉਸ ਮਹਾਨ ਕਲਾਕਾਰ ਨੇ, ਸਿਰਜਕ ਨੇ ਹਰਿਮੰਦਰ ਸਾਹਿਬ ਨੂੰ ਇੱਕ ਵੱਡੇ ਸਾਰੇ ਦਿਲ ਦੀ ਸ਼ਕਲ ਦਿੱਤੀ ਹੈ, ਜਿੱਥੇ ਮਨੁੱਖ ਬੱਚਿਆਂ ਦੀ ਤਰ੍ਹਾਂ ਇਕੱਠੇ ਹੁੰਦੇ ਹਨ। ਸੁਨਹਿਰੀ ਕਲਸ਼ ਵਿੱਚ ਇੱਕ ਖਿੜਕੀ ਹੈ, ਜਿੱਥੇ ਬੈਠ ਕੇ ਗੁਰੂ ਸਾਹਿਬ ਅਜੇ ਵੀ ਇਸ ਸੁੰਦਰਤਾ ਦਾ ਨਜ਼ਾਰਾ ਦੇਖਦੇ ਹਨ ਅਤੇ ਆਪਣੀ ਇਸ ਬੇਨਾਮ ਰਚਨਾ ਦੀ ਪੂਰਤੀ ਨੂੰ ਦੇਖ ਕੇ ਖੁਸ਼ ਹੁੰਦੇ ਹਨ। ਸਵੇਰ ਅਤੇ ਸ਼ਾਮ ਦੇ ਰੰਗਾਂ ਵਿੱਚ ਰੰਗੀ ਇਸ ਉਪਾਸ਼ਕਾਂ ਦੀ ਭੀੜ ਨੂੰ ਹਰਿਮੰਦਰ ਤੋਂ ਕੋਈ ਨਹੀਂ ਨਿਖੇੜ ਸਕਦਾ। ਇਸ ਦਾ ਕਾਰਨ ਇਹ ਹੈ ਕਿ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਚੌਗਿਰਦੇ ਸਰੋਵਰ ਦੀ ਪਰਿਕਰਮਾ ਵਿੱਚ ਲੱਖਾਂ ਯਾਤਰੀਆਂ ਨੂੰ ਇੱਕ ਅਮੁੱਕ ਸਫ਼ਰ ਤੇ ਜਾਂਦਿਆਂ ਚਿਤਰਿਆ ਹੋਇਆ ਹੈ। ਇਸ ਸੰਸਾਰ ਦੇ ਲੋਕ ਵੱਖ-ਵੱਖ ਧਰਮ ਅਸਥਾਨਾਂ ਵਿੱਚ ਲੱਖ ਖੁਸ਼ੀਆਂ ਮਨਾਉਂਦੇ ਹੋਣਗੇ। ਮੰਦਰ ਤੇ ਗੁਰਦੁਆਰੇ ਹੋਰ ਵੀ ਬਹੁਤ ਹੋਣਗੇ, ਛੋਟੇ ਤੇ ਵੱਡੇ ਵੱਖ-ਵੱਖ ਧਾਰਨਾਵਾਂ ਦੇ, ਪਰ ਅੰਮ੍ਰਿਤਸਰ ਦਾ ਹਰਿਮੰਦਰ ਅਦੁੱਤੀ ਹੈ।
ਇਹ ਮਹਿਜ਼ ਇੱਕ ਇਮਾਰਤ ਨਹੀਂ, ਇਹ ਜੀਵਨ ਹੈ ਜੋ ਉਪਾਸਨਾ ਦੇ ਬੇਅੰਤ ਜਲੋ ਵਿੱਚ ਆਪੇ ਦੀ ਖਿੱਚ ਨਾਲ ਹੀ ਆਪਣੇ ਆਪ ਦੇ ਗਿਰਦ ਨਿਰੰਤਰ ਚੱਲ ਰਿਹਾ ਹੈ। ਇਹ ਇੱਕ ਮਹਾਨ ਆਤਮਾ ਹੈ ਜੋ ਨੀਲੇ ਪਾਣੀਆਂ ਵਿੱਚੋਂ ਇੱਕ ਸੁਨਹਿਰੀ ਕਮਲ ਦੀ ਤਰ੍ਹਾਂ ਉਮਗਦੀ ਹੈ। ਇਸ ਦੀ ਸੁਗੰਧੀ ਤੇ ਸੰਗਤਾਂ ਇਸ ਤਰ੍ਹਾਂ ਆਉਂਦੀਆਂ ਹਨ ਜਿਵੇਂ ਸ਼ਹਿਦ ਦੀਆਂ ਮੱਖੀਆਂ ਫੁੱਲ ਉਦਾਲੇ ਮਧੁਰ ਸੰਗੀਤ ਅਲਾਪਦੀਆਂ ਹੋਣ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਇਹ ਇੱਕ ਬਹੁਤ ਹੀ ਮਹਾਨ ਸਥਾਨ ਹੈ ਜਿੱਥੇ 4 ਜਾਂ ਇਸ ਤੋਂ ਵੱਧ ਸਦੀਆਂ ਤੋਂ ਕਈ ਜੀਵਨ ਸੰਵਰੇ ਹਨ, ਉਤਸ਼ਾਹਤ ਹੋਏ ਹਨ ਅਤੇ ਪਰਿਪੂਰਨ ਹੋਏ ਹਨ। ਅਜਿਹੀ ਹੀ ਇੱਕ ਸ਼ਾਮ ਜਦੋਂ ਰੋਸ਼ਨੀ ਦੇ ਪਰਛਾਵਿਆਂ ਦੇ ਖੰਭ ਅੰਮ੍ਰਿਤ ਦੇ ਸਰੋਵਰ ਦੀ ਸਤਹ ਤੇ ਫੜਫੜਾ ਰਹੇ ਸਨ, ਇੱਕ ਨੌਜਵਾਨ ਆਦਮੀ ਅਛੋਪਲੇ ਜਿਹੀ ਗੁਰਦੁਆਰੇ ਦੀ ਹੱਦ ਅੰਦਰ ਦਾਖਲ ਹੋਇਆ ਅਤੇ ਲੋਕਾਂ ਦੀ ਭੀੜ ਵਿੱਚ ਗੁੰਮ ਹੋ ਗਿਆ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿ ਸੰਗਮਰਮਰ ਦੇ ਬੁੱਤ ਵਿੱਚ ਅਚਾਨਕ ਰੂਹ ਫੂਕ ਦਿੱਤੀ ਗਈ ਹੋਵੇ ਅਤੇ ਉਹ ਇਸ ਗੁਰਦੁਆਰੇ ਵਿੱਚ ਪਹਿਲੀ ਵਾਰੀ ਆਇਆ ਹੋਵੇ। ਉਹ ਬਰਫ਼ ਦੇ ਗੋਲੇ ਵਾਂਗ ਗੋਰਾ ਸੀ। ਇੱਕ ਤਾਜ਼ਾ ਖਿੜੇ ਗੁਲਾਬ ਦੀ ਤਰ੍ਹਾਂ ਉਸ ਵਿੱਚ ਇਲਾਹੀ ਖੂਨ ਦੀ ਚਮਕ ਸੀ। ਉਸ ਦੀਆਂ ਅੱਖਾਂ ਕਾਲੀਆਂ ਚਿਮੜੀਆਂ ਹੇਠ ਲੁਕੀਆਂ ਹੋਈਆਂ ਸਨ ਅਤੇ ਆਪਣੇ ਆਪ ਵਿੱਚ ਮਗਨ ਸਨ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿਸੇ ਬੁੱਤ ਤਰਾਸ਼ ਨੇ ਕਿਸੇ ਬੁੱਤ ਦੀਆਂ ਅੱਖਾਂ ਅਦਮੀਟੀਆਂ ਹੀ ਘੜੀਆਂ ਹੋਣ ਤੇ ਉਹ ਹੋਰ ਖੁੱਲ੍ਹ ਹੀ ਨਾ ਸਕਦੀਆਂ ਹੋਣ। ਪਰ ਜੇ ਕੋਈ ਇਹਨਾਂ ਨੂੰ ਨੀਝ ਨਾਲ ਵੇਖੇ ਤਾਂ ਇਹ ਸੁਪਨਿਆਂ ਨਾਲ ਭਰੀਆਂ ਜਾਪਦੀਆਂ ਸਨ ਅਤੇ ਕਦੇ-ਕਦੇ ਆਪਣੀ ਹੀ ਸੁੰਦਰਤਾ ਦੀ ਮਿੱਠੀ ਕਲਪਨਾ ਵਿੱਚ ਉੱਪਰ ਉੱਠਦੀਆਂ ਸਨ, ਕਿਉਂਕਿ ਇਹ ਅਧਖੁੱਲੀਆਂ ਹੀ ਘਾਤਕ ਸਨ, ਇਸ ਲਈ ਪੂਰੀਆਂ ਨਹੀਂ ਸਨ ਖੁੱਲ੍ਹਦੀਆਂ, ਅਤੇ ਜੇ ਕਿਤੇ ਪੂਰੀਆਂ ਖੁੱਲ੍ਹ ਜਾਂਦੀਆਂ ਤਾਂ ਸੰਭਵ ਸੀ ਕਿ ਪਾਣੀਆਂ ਅਤੇ ਹਵਾਵਾਂ ਨੂੰ ਅੱਗ ਲੱਗ ਜਾਂਦੀ। ਉਸ ਸੁੰਦਰਤਾ ਨੂੰ ਛੁਪਾ ਕੇ ਰੱਖਣਾ ਹੀ ਠੀਕ ਹੈ ਜੋ ਦਿਲਾਂ ਵਿੱਚ ਭਾਂਬੜ ਬਾਲ ਦੇਵੇ। ਉਸ ਨੌਜਵਾਨ ਦੇ ਅੰਗ ਗੋਰੇ ਨਿਛੋਹ ਸਨ, ਪਰ ਸਾਰੇ ਸਰੀਰ ਤੇ ਵਿਭੂਤੀ ਮਲੀ ਹੋਈ ਸੀ ਅਤੇ ਇਸ ਤੇ ਲੀਰਾਂ ਕਚੀਰਾਂ ਦਾ ਉਦੜ ਗੁਦੜ ਸੀਤਾ ਹੋਇਆ ਚੋਗਾ ਪਾਇਆ ਹੋਇਆ ਸੀ। ਚੋਗੇ ਦੇ ਚੀਥੜੇ ਰੰਗ ਬਿਰੰਗੇ ਸਨ, ਨੀਲੇ, ਹਲਕੇ ਗੁਲਾਬੀ, ਲਾਲ, ਪੀਲੇ, ਸੰਤਰੀ, ਹਲਕੇ ਬਦਾਮੀ, ਮੋਤੀਆ, ਹਲਕੇ ਕਾਸ਼ਣੀ, ਹਲਕੇ ਲਾਲ। ਪਰ ਉਸ ਦੇ ਸਰੀਰ ਦਾ ਸਮੁੱਚਾ ਓਢਣ ਹਰਿਮੰਦਰ ਦੀ ਸ਼ਾਮ ਦੇ ਰੰਗਾਂ ਨਾਲ ਮੇਲ ਖਾਂਦਾ ਸੀ। ਪੂਰਬ ਦੇ ਲੋਕ ਜਵਾਹਰਾਂ ਨੂੰ ਗੋਦੜੀਆਂ ਵਿੱਚ ਰੱਖਦੇ ਹਨ। ਉਸਨੇ ਵੀ ਆਪਣੀ ਜਵਾਨੀ ਦੀ ਸੁੰਦਰਤਾ ਦੇ ਕੀਮਤੀ ਮੋਤੀਆਂ ਅਤੇ ਉਹਨਾਂ ਦੀਆਂ ਰਿਸ਼ਮਾਂ ਨੂੰ ਤਿਆਗ ਦੀ ਰਾਖ ਵਿੱਚ ਦਬ ਦਿੱਤਾ ਸੀ। ਇਸ ਦੁਨੀਆ ਦਾ ਹਰ ਉਹ ਸੁੰਦਰ ਚਿਹਰਾ ਉਸਨੂੰ ਉਦਾਸ ਕਰਦਾ ਸੀ ਜਿਸ ਤੇ ਇਸ ਤਰ੍ਹਾਂ ਦਾ ਖੇੜਾ ਨਹੀਂ ਸੀ ਹੁੰਦਾ। ਇਹ ਬਿਨਾਂ ਕਿਸੇ ਓਲੇ ਤੋਂ ਅੱਗ ਦੀ ਲਾਟ ਸੀ ਜਿਸ ਦੇ ਮੱਚ ਕੇ ਖਤਮ ਹੋਣ ਤੋਂ ਬਚਣ ਲਈ ਉਸ ਆਪਣੇ ਮਹਾਨ ਹਿੰਦੂ ਪੂਰਵਜਿਆਂ ਤੋਂ ਸਿੱਖਿਆ ਸੀ ਕਿ ਸੁੰਦਰਤਾ ਦੀਆਂ ਰਿਸ਼ਮਾਂ ਨੂੰ ਸੁਆਹ ਨਾਲ ਢਕਣਾ ਵਧੇਰੇ ਕਲਾਮਈ ਹੈ। ਪਰ ਉਸ ਦੇ ਪਾਟੇ ਪੁਰਾਣੇ ਚੋਲੇ ਦੇ ਰੰਗ ਉਸ ਦੀ ਆਤਮਾ ਦੀ ਆਬ ਨਾਲ ਚਿਲਮਿਲਾਉਂਦੇ ਸਨ। ਉਹ ਇੱਕ ਅਸੰਭਵ ਜਿਹੀ ਗੱਲ ਕਰਨ ਦਾ ਯਤਨ ਕਰ ਰਿਹਾ ਸੀ। ਹਰਿਮੰਦਰ ਦੀ ਪਰਿਕਰਮਾ ਵਿੱਚ ਉਸਨੂੰ ਬਹੁਤ ਥੋੜੇ ਦਰਸ਼ਕਾਂ ਅਤੇ ਸ਼ਰਧਾਲੂਆਂ ਨੇ ਦੇਖਿਆ ਸੀ। ਉਹ ਗੁਰੂ ਦੀ ਮਹਾਨ ਤੇ ਸ਼ਾਨਦਾਰ ਯਾਦਗਾਰ ਦੇ ਗਿਰਦ ਮੂਕ ਸ਼ਰਧਾ ਵਿੱਚ ਡੁੱਬਿਆ ਘੁੰਮ ਰਿਹਾ ਸੀ। ਅਣਜਾਣੇ ਹੀ ਉਸ ਦੀਆਂ ਬੰਦ ਅੱਖਾਂ ਪੂਰੀਆਂ ਖੁੱਲੀਆਂ। ਨੀਲੇ ਪਾਣੀਆਂ ਚੋਂ ਉਮਗਦੇ ਮੰਦਰ ਦੇ ਸੁਨਹਿਰੀ ਕਲਸ਼ ਤੇ ਪਈਆਂ ਤੇ ਬੰਦ ਹੋ ਗਈਆਂ, ਜਿਵੇਂ ਇਹ ਜੀਵਨ ਦੀ ਚਿੰਗਾਰੀ ਲੈਣ ਲਈ ਹੀ ਖੁੱਲੀਆਂ ਸਨ ਅਤੇ ਉਹ ਹੁਣ ਮਿਲ ਗਈ ਸੀ। ਪਰ ਖੁਸ਼ੀਆਂ ਦੇ ਇਸ ਸ਼ਾਂਤ ਭੋਜ ਵਿੱਚ ਅੱਖਾਂ ਇਕੱਲੀਆਂ ਨਹੀਂ ਸਨ। ਉਸ ਅਨੋਖੇ ਨੌਜਵਾਨ ਦੀਆਂ ਲੱਤਾਂ, ਪੈਰ, ਬਾਹਾਂ, ਮੋਢੇ ਅਤੇ ਸਾਰਾ ਸਰੀਰ ਹੀ ਸੰਗਮਰਮਰ ਦੀ ਫਰਸ਼ ਤੇ ਗੁਰੂ ਦੇ ਦੁਆਰੇ ਚੁਫਾਲ ਡਿੱਗ ਪਿਆ ਅਤੇ ਉਹ ਖੁਸ਼ੀ ਵਿੱਚ ਸੁੱਧ ਗੁਆ ਬੈਠਾ। ਉਸਨੇ ਗੁਰੂ ਨੂੰ ਨਹੀਂ ਸੀ ਦੇਖਿਆ, ਪਰ ਉਸਦੀ ਆਤਮਾ ਨੇ ਦੇਖ ਲਿਆ ਸੀ। ਗੁਰੂ ਉਸ ਨੌਜਵਾਨ ਦੇ ਚੀਥੜਿਆਂ ਨਾਲ ਕੱਜੇ ਸਰੀਰ ਦੇ ਹਰ ਰੋਮ ਤੇ ਜੀਵਨ ਦੀ ਛਹਿਬਰ ਲਾ ਰਿਹਾ ਸੀ। ਉਹ ਉੱਥੇ ਪਿਆ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਵਿੱਚੋਂ ਖੁਸ਼ੀ ਦੀਆਂ ਨਦੀਆਂ ਵਗ ਪਈਆਂ ਹੋਣ ਅਤੇ ਉਹਨਾਂ ਦੀ ਛਬ ਦੇ ਹੜ੍ਹ ਨੇ ਹਰਿਮੰਦਰ ਨੂੰ ਵਗਲ ਲਿਆ ਹੋਵੇ।
ਜਿਵੇਂ ਕੋਈ ਆਦਮੀ ਖੁਸ਼ੀ ਜਾਂ ਗਮੀ ਦੇ ਅਥਰੂਆਂ ਵਿੱਚ ਨਹਾਤਾ ਆਪਣੀਆਂ ਅੱਖਾਂ ਵਿੱਚ ਬਿਲਕੁਲ ਨਵੀਂ ਅਸਚਰਤਾ ਲੈ ਕੇ ਉੱਠਦਾ ਹੈ, ਇਸੇ ਤਰ੍ਹਾਂ ਹੀ ਉੱਠਿਆ ਅਤੇ ਸੰਗਮਰਮਰ ਦੇ ਉਸ ਪੁਲ ਤੇ ਬੈਠ ਗਿਆ ਜੋ ਪਾਣੀ ਦੇ ਉੱਪਰ ਦੀ ਗੁਰੂ ਦੇ ਦੁਆਰੇ ਤੱਕ ਜਾਂਦਾ ਹੈ। ਜਿਵੇਂ ਭਾਈ ਵੀਰ ਸਿੰਘ ਜੀ ਕਾਵਿਮਈ ਢੰਗ ਨਾਲ ਦਰਸਾਉਂਦੇ ਹਨ, ਇਹ ਪੁਲ ਇੰਨਾ ਸਫੇਦ ਤੇ ਸਜੀਵ ਜਾਪਦਾ ਹੈ ਜਿਵੇਂ ਕੋਈ ਹੰਸ ਮਨੁੱਖ ਅਤੇ ਪਰਮਾਤਮਾ ਨੂੰ ਨਿਖੇੜਨ ਵਾਲੇ ਖਿਆਲੀ ਸਮੁੰਦਰ ਦੇ ਇੱਕ ਪਾਸੇ ਖੜਾ ਦੂਰ ਆਕਾਸ਼ਾਂ ਵਿੱਚ ਆਪਣੇ ਗੁਰੂ ਦੇ ਦਰਸ਼ਨ ਦਾ ਆਨੰਦ ਮਾਣ ਰਿਹਾ ਹੋਵੇ ਅਤੇ ਇਸ ਤਰ੍ਹਾਂ ਉਸਨੇ ਆਪਣੀ ਲੰਮੀ ਧੌਣ ਨਾਲ ਮਨੁੱਖ ਅਤੇ ਪਰਮਾਤਮਾ ਦੇ ਵਿਚਾਲੇ ਇੱਕ ਪੁਲ ਉਸਾਰ ਦਿੱਤਾ ਹੋਵੇ, ਜਿਸ ਉੱਪਰੋਂ ਦੀ ਸ਼ਰਧਾਲੂ ਪਰਮਾਤਮਾ ਨੂੰ ਮਿਲਣ ਲਈ ਲੰਘ ਸਕਣ। ਇਹ ਸਵਾ ਲਿਬੜੀ ਅਤੇ ਫੱਟੇ ਪੁਰਾਣੇ ਚੋਲੇ ਵਿੱਚ ਲਿਪਟੀ ਅੱਗ ਇਸ ਪਵਿੱਤਰ ਪੁਲ ਤੇ ਬੈਠੀ ਸੀ। ਉਸ ਨੂੰ ਆਪਣੀਆਂ ਲਪਟਾਂ ਦਾ ਆਪ ਵੀ ਪਤਾ ਨਹੀਂ ਸੀ। ਹਰਮੰਦਰ ਵਿੱਚ ਆਉਣ ਜਾਣ ਵਾਲੇ ਸ਼ਰਧਾਲੂਆਂ ਦਾ ਜਿਵੇਂ ਦਰਿਆ ਵਗ ਰਿਹਾ ਹੋਵੇ, ਉਹ ਇਸ ਨਵੀਂ ਆਨੰਦ ਮੂਰਤੀ ਨੂੰ ਦੇਖਦੇ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿਸੇ ਬੁੱਤ ਤਰਾਸ਼ ਨੇ ਇਸ ਪਵਿੱਤਰ ਪੁਲ ਤੇ ਆਪਣੀ ਨਵੀਂ ਰਚਨਾ ਦੀ ਪ੍ਰਦਰਸ਼ਨੀ ਲਾਈ ਹੋਈ ਹੋਵੇ। ਸਿਰਫ ਅੰਮ੍ਰਿਤਸਰ ਦੀਆਂ ਔਰਤਾਂ ਜਦੋਂ ਉਸਦੇ ਕੋਲੋਂ ਲੰਘਦੀਆਂ ਤਾਂ ਇਸ ਮੂਰਤੀ ਅੱਗੇ ਆਪਣਾ ਸਿਰ ਝੁਕਾਉਂਦੀਆਂ ਅਤੇ ਉਸ ਅੱਗੇ ਡੂੰਘੇ ਸਤਿਕਾਰ ਨਾਲ ਹੱਥ ਜੋੜ ਕੇ ਖੜਾਉਂਦੀਆਂ। ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਕੌਣ ਸੀ। ਉਹ ਸਾਰੀਆਂ ਹੀ ਸੁੰਦਰ ਇਸਤਰੀਆਂ ਸਨ। ਜਿਵੇਂ ਸੁੰਦਰ ਆਪਣੀ ਆਤਮਾ ਨੂੰ ਪਛਾਣ ਕੇ ਸੁੰਦਰਤਾ ਅੱਗੇ ਹੀ ਚੁੱਕ ਰਹੀ ਹੋਵੇ। ਦੂਸਰਾ, ਅੰਮ੍ਰਿਤਸਰ ਦੇ ਲੋਕ ਉਸ ਨੂੰ ਮਰਮਰੀ ਬਾਵਾ ਜਾਂ ਸੰਗਮਰਮਰ ਦਾ ਬਾਵਾ ਕਹਿਣ ਲੱਗ ਪਏ ਸਨ। ਇੱਕ ਲੋਡੇ ਪੈਰ ਉਸਦੇ ਦੁਆਲੇ ਆਦਮੀਆਂ ਅਤੇ ਔਰਤਾਂ ਦੀ ਭੀੜ ਲੱਗੀ ਹੋਈ ਸੀ। ਉਸ ਦੀ ਸੁਗੰਧੀ, ਜਿਸ ਦਾ ਉਸਨੂੰ ਆਪ ਵੀ ਪਤਾ ਨਹੀਂ ਸੀ, ਬਹੁਤ ਸਾਰੇ ਲੋਕਾਂ ਨੂੰ ਸ਼ਹਿਦ ਦੀਆਂ ਮੱਖੀਆਂ ਦੀ ਤਰ੍ਹਾਂ ਖਿੱਚ ਲਿਆਈ ਸੀ। ਇੱਥੋਂ ਤੱਕ ਕਿ ਹੁਣ ਉਹ ਇਸ ਭੀੜ ਵਿੱਚ ਜੋ ਕੁਝ ਬੇਆਰਾਮ ਜਿਹਾ ਮਹਿਸੂਸ ਕਰਨ ਲੱਗ ਪਿਆ ਸੀ। ਇੱਕ ਫੁੱਲ ਨੂੰ ਸੈਂਕੜੇ ਮੱਖੀਆਂ ਦੇ ਆਵੇਸ਼ ਦਾ ਭਾਰ ਚੱਲਣਾ ਪੈਂਦਾ ਹੈ। ਜੇ ਕਿਤੇ ਖੰਭ ਹੋਣ ਤਾਂ ਸ਼ਾਇਦ ਉਹ ਉੱਡੀ ਜਾਵੇ। ਮਰਮਰੀ ਬਾਵੇ ਨੇ ਵਤੀਰਾ ਤਪਸਵੀਆਂ ਵਾਲਾ ਰੱਖਿਆ ਸੀ ਅਤੇ ਕੋਈ ਵੀ ਸ਼ਰਧਾਲੂ ਉਸ ਨੂੰ ਹਿਲਾ ਨਹੀਂ ਸੀ ਸਕਿਆ। ਦਿਨ ਬੀਤਦੇ ਗਏ ਪਰ ਕੋਈ ਵੀ ਉਸਦੇ ਮਨ ਦੀ ਥਾਂ ਨਹੀਂ ਸੀ ਪਾ ਸਕਿਆ। ਅੰਮ੍ਰਿਤਸਰ ਦੇ ਸਾਰੇ ਸ਼ਰਧਾਲੂ ਉਦਾਸ ਸਨ। ਉਹਨਾਂ ਵਿੱਚ ਕੋਈ ਸਰਗਰਮੀ, ਕੋਈ ਉਤਸ਼ਾਹ ਜਾਂ ਆਸ਼ਨਾਈ ਨਹੀਂ ਸੀ, ਪਰ ਗੱਲਾਂ ਉਹ ਉਸੇ ਦੀਆਂ ਹੀ ਕਰਦੇ ਸਨ। ਉਸਦੇ ਪੱਥਰ ਵਾਂਗ ਸਖਤ ਸੁਭਾਅ ਕਰਕੇ ਹੀ ਉਸਦੀ ਸਾਰੇ ਤਾਰੀਫ ਕਰਦੇ ਅਤੇ ਉਸਦਾ ਸਵੈ ਸ਼ਾਸਨ ਸ਼ਹਿਰ ਵਿੱਚ ਆਮ ਗੱਲਬਾਤ ਦਾ ਵਿਸ਼ਾ ਬਣ ਗਿਆ ਸੀ। ਉਪਾਸਕਾਂ ਦੀ ਗਿਣਤੀ ਹੋਰ ਵੱਧਦੀ ਗਈ। ਸੰਗਮਰਮਰ ਨੂੰ ਲਗਾਤਾਰ ਡੰਗ ਵੱਜਦੇ ਰਹੇ, ਪਰ ਜ਼ਾਹਰਾ ਤੌਰ ਤੇ ਸਾਰੇ ਡੰਗ ਸਖਤ ਪੱਥਰ ਨਾਲ ਟਕਰਾ ਕੇ ਟੁੱਟ ਜਾਂਦੇ ਸਨ। ਅੰਮ੍ਰਿਤਸਰ ਵਿਖੇ ਉਸਦੇ ਆਉਣ ਤੋਂ 2 ਹਫ਼ਤੇ ਬਾਅਦ ਇੱਕ ਔਰਤ, ਜੋ ਕਿ ਪਹਿਲੀ ਵਾਰੀ ਹੀ ਆਈ ਸੀ, ਲੋਕਾਂ ਦੀ ਭੀੜ ਵਿੱਚ ਬੈਠੀ ਸੀ ਅਤੇ ਟਿਕਟਿਕੀ ਲਗਾ ਕੇ ਬਾਵਾ ਜੀ ਨੂੰ ਦੇਖ ਰਹੀ ਸੀ। ਇਹ ਭੀੜ ਸਿਰਫ ਮਰਮਰੀ ਬਾਵੇ ਦੇ ਦਰਸ਼ਨ ਲਈ ਇਕੱਠੀ ਹੋਈ ਸੀ। ਮਰਮਰੀ ਬਾਵਾ ਕਿਸੇ ਨਾਲ ਗੱਲ ਤਾਂ ਕਰਦਾ ਹੀ ਨਹੀਂ ਸੀ ਅਤੇ ਨਾ ਹੀ ਅੱਖਾਂ ਚੁੱਕ ਕੇ ਕਿਸੇ ਵੱਲ ਦੇਖਦਾ ਸੀ। ਉਸ ਔਰਤ ਦੀ ਤੱਕਣੀ ਅਸਾਧਾਰਨ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਮਹਾਤਮਾ ਬੁੱਧ ਦੀਆਂ ਸ਼ਰਧਾਲੂ ਔਰਤਾਂ ਬੁੱਧ ਦੀ ਸੰਗਮਰਮਰ ਦੀ ਮੂਰਤ ਵੱਲ ਦੇਖਦੀਆਂ ਹਨ। ਅਜੀਬ ਗੱਲ ਇਹ ਸੀ ਕਿ ਜਦੋਂ ਸਾਰੇ ਇੱਕ ਇੱਕ ਕਰਕੇ ਚਲੇ ਗਏ ਤਾਂ ਇਹ ਔਰਤ ਡੂੰਘੀਆਂ ਸ਼ਾਮਾਂ ਤੱਕ ਉੱਥੇ ਹੀ ਬੈਠੀ ਰਹੀ। ਉਹ ਉੱਥੇ ਬੈਠੀ ਮਰਮਰੀ ਬਾਵੇ ਵੱਲ ਇਸ ਤਰ੍ਹਾਂ ਨੀਝ ਨਾਲ ਦੇਖ ਰਹੀ ਸੀ ਜਿਵੇਂ ਉਹ ਅਰਦਾਸ ਦੀ ਸਾਕਾਰ ਮੂਰਤ ਹੋਵੇ ਅਤੇ ਉਹ ਇਸ ਦਾ ਦੇਵਤਾ ਹੋਵੇ। ਉਸ ਦੀਆਂ ਅਰਦਾਸ ਵਿੱਚ ਜੁੜੀਆਂ ਅੱਖਾਂ ਦੀ ਮੂਕ ਤੱਕਣੀ ਕਦੇ ਆਕਾਸ਼ ਵੱਲ ਜਾਂਦੀ ਅਤੇ ਉੱਤਰ ਵਿੱਚ ਉਸ ਦੇਵਤੇ ਦੀ ਨਜ਼ਰ ਲਈ ਤਰਸਦੀ। ਅਚਾਨਕ ਹੀ ਮਰਮਰੀ ਬਾਵੇ ਦੀਆਂ ਅੱਖਾਂ ਖੁੱਲੀਆਂ ਅਤੇ ਸਿੱਖ ਦੀਆਂ ਅੱਖਾਂ ਇਸ ਦੇਵਤੇ ਦੀਆਂ ਅੱਖਾਂ ਵਿੱਚ ਉਲਝ ਗਈਆਂ। ਅੱਖਾਂ ਦਾ ਇਸ ਤਰ੍ਹਾਂ ਮਿਲਣਾ ਇੱਕ ਪਲ ਦਾ ਲਿਸ਼ਕਾਰਾ ਸੀ। ਬਸ ਫਿਰ ਇਹ ਅਰਦਾਸ ਵਿੱਚ ਜੁੜੀਆਂ ਅੱਖਾਂ ਅਤੇ ਉਸ ਦੇਵਤੇ ਦੀਆਂ ਅੱਖਾਂ ਮਿਟੀਆਂ ਗਈਆਂ। ਇੱਕ ਮੂਕ ਚੁੱਪ ਸੀ ਜੋ ਬਿਨਾਂ ਗਾਏ ਗਾਉਂਦੀ ਅਤੇ ਬਿਨਾਂ ਸਾਹ
ਜਿਉਂਦੀ ਹੈ। ਡੂੰਘੀਆਂ ਤਰਕਾਲਾਂ ਸਮੇਂ ਅੰਮ੍ਰਿਤਸਰ ਵਿਖੇ ਮਰਮਰੀ ਬਾਵੇ ਨੇ ਪਹਿਲੀ ਵਾਰੀ ਸ਼ਬਦ ਕਹੇ, ਐ ਔਰਤ, ਕੀ ਗੱਲ ਏ? ਤੁਸੀਂ ਇੱਥੋਂ ਕੀ ਚਾਹੁੰਦੇ ਹੋ? ਜਦ ਸਾਰੇ ਚਲੇ ਗਏ ਹਨ, ਤੁਸੀਂ ਇੱਥੇ ਕਿਉਂ ਬੈਠੇ ਹੋ? ਅਫਸੋਸ ਹੈ ਕਿ ਮੈਨੂੰ ਔਰਤ ਹੋਣ ਦੇ ਨਾਤੇ ਕੁਝ ਨਹੀਂ ਚਾਹੀਦਾ। ਮੈਂ ਆਦਮੀ ਵੀ ਨਹੀਂ ਹਾਂ। ਭਾਵੇਂ ਮੈਂ ਇੱਕ ਔਰਤ ਹਾਂ, ਮੈਨੂੰ ਆਪਣੇ ਪੈਰੋਕਾਰ ਵਜੋਂ ਅਪਣਾ ਲਵੋ। ਜਿਵੇਂ ਤੁਸੀਂ ਮੇਰੀਆਂ ਅੱਖਾਂ ਨੂੰ ਸ਼ਬਦ ਬਖਸ਼ਿਆ ਹੈ, ਮੇਰੀ ਸਿੱਖਦੀ ਆਤਮਾ ਨੂੰ ਵੀ ਸ਼ਬਦ ਦੀ ਦਾਤ ਬਖਸ਼ੋ। ਮੈਨੂੰ ਇਸ ਅੰਮ੍ਰਿਤ ਨਾਲ ਤ੍ਰਿਪਤ ਕਰੋ। ਮੈਨੂੰ ਅਮਰ ਕਰ ਦਿਓ ਤੇ ਮੈਨੂੰ ਆਪਣਾ ਮੱਥਾ ਆਪਣੇ ਕਦਮਾਂ ਨਾਲ ਛੁਆ ਲੈਣ ਦਿਓ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੈਂ ਤੈਨੂੰ ਆਪਣੇ ਪੈਰੋਕਾਰ ਵਜੋਂ ਪ੍ਰਵਾਨ ਕਰਦਾ ਹਾਂ। ਮੈਂ ਤੈਨੂੰ ਸ਼ਬਦ ਦਿੰਦਾ ਹਾਂ, ਤੂੰ ਉਸ ਦਾ ਜਾਪ ਕਰਨਾ, ਪਰ ਕੁਝ ਫਾਸਲਾ ਜ਼ਰੂਰ ਚਾਹੀਦਾ ਹੈ। ਤੇਰਾ ਸਿਰ ਮੇਰੇ ਕਦਮ ਨਹੀਂ ਛੋਏਗਾ, ਮਰਮਰੀ ਬਾਵੇ ਨੇ ਕਿਹਾ। ਤੁਹਾਡੀ ਤਕਣੀ ਨੇ ਪਹਿਲਾਂ ਹੀ ਮੈਨੂੰ ਤੁਹਾਡਾ ਪੈਰੋਕਾਰ ਬਣਾ ਦਿੱਤਾ ਹੈ। ਤੁਹਾਡੇ ਮੁਖੋਂ ਉਚਰੇ ਸ਼ਬਦ ਮੈਨੂੰ ਹੋਰ ਢਾਲ ਦੇਣਗੇ। ਮੈਂ ਆਪਣਾ ਸਾਰਾ ਜੀਵਨ ਤੁਹਾਡੇ ਦਿੱਤੇ ਸ਼ਬਦ ਦਾ ਜਾਪ ਕਰਨ ਅਤੇ ਇਸ ਵਿੱਚ ਲੀਨ ਹੋਣ ਲਈ ਲਾ ਦੇਵਾਂਗੀ। ਪਰ ਮੈਂ ਆਪਣੇ ਮਸਤਕ ਦੇ ਮੰਦਰ ਲਈ ਤੁਹਾਡੇ ਕਦਮਾਂ ਦੀ ਸੀਤਲ ਛੋਹ ਦੀ ਅਭਿਲਾਸ਼ੀ ਹਾਂ। ਇਸ ਤੋਂ ਬਿਨਾਂ ਮੇਰੀ ਜਵਾਨੀ ਸੜ ਕੇ ਸੁਆਹ ਹੋ ਜਾਵੇਗੀ। ਤੁਹਾਡੇ ਕਦਮਾਂ ਦੀ ਠੰਡੀ ਠਾਰ ਛੋਹ ਤੋਂ ਬਿਨਾਂ ਮੈਂ ਝੁਲਸ ਜਾਵਾਂਗੀ। ਮੈਨੂੰ ਇੱਕ ਵਾਰੀ ਮਸਤਕ ਆਪਣੇ ਕਦਮ ਤੇ ਟਿਕਾ ਲੈਣ ਦਿਓ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਜੇ ਤੁਸੀਂ ਚਾਹੋ, ਮੈਂ ਆਪਣਾ ਸਾਰਾ ਜੀਵਨ ਤੁਹਾਨੂੰ ਦੇਖਣ ਦਾ ਯਤਨ ਨਹੀਂ ਕਰਾਂਗੀ। ਜੇ ਤੁਸੀਂ ਚਾਹੋ, ਮੈਂ ਕਦੇ ਚੰਦ ਅਤੇ ਸੂਰਜ ਵੀ ਨਹੀਂ ਦੇਖਾਂਗੀ। ਇੱਕ ਵਾਰੀ ਆਪਣਾ ਸਿਰ ਆਪਣੇ ਚਰਨਾਂ ਤੇ ਟਿਕਾ ਲੈਣ ਦਿਓ। ਮੈਂ ਹੋਰ ਕੁਝ ਨਹੀਂ ਮੰਗਦੀ। ਜੇ ਤੁਸੀਂ ਕਹੋ ਤਾਂ ਮੈਂ ਆਪਣੀ ਅੱਗ ਵਿੱਚ ਹੀ ਸੜ ਕੇ ਰਾਖ ਹੋ ਜਾਵਾਂਗੀ। ਜੇ ਤੁਸੀਂ ਚਾਹੋ ਤਾਂ ਮੈਂ ਆਪਣੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਗਰਕ ਜਾਵਾਂਗੀ ਅਤੇ ਸਦਾ ਲਈ ਅਲੋਪ ਹੋ ਜਾਵਾਂਗੀ। ਜੇ ਤੁਸੀਂ ਚਾਹੋ ਤਾਂ ਮੈਂ ਇਸੇ ਪਲ, ਇਸੇ ਘੜੀ ਸਵਾਸ ਤਿਆਗ ਦੇਵਾਂਗੀ। ਸਿਰਫ ਇੱਕ ਵਾਰੀ ਆਪਣੇ ਕਦਮਾਂ ਤੇ ਸਿਰ ਰੱਖ ਲੈਣ ਦਿਓ। ਮੈਂ ਹੋਰ ਕੁਝ ਨਹੀਂ ਚਾਹੁੰਦੀ। ਮੈਂ ਤੈਨੂੰ ਪਵਿੱਤਰ ਸ਼ਬਦ ਦਾ ਜੀਵਨ ਦੇਣ ਲਈ ਤਿਆਰ ਹਾਂ। ਮਾਨਸਿਕ ਚੈਨ ਜੋ ਵੀ ਤੂੰ ਚਾਹੇ, ਪਰ ਤੇਰਾ ਸਿਰ ਕਦੇ ਵੀ ਮੇਰੇ ਕਦਮ ਨਹੀਂ ਛੋਏਗਾ, ਮਰਮਰੀ ਬਾਵੇ ਨੇ ਕਿਹਾ। ਹਾਂਜੀ, ਮੈਂ ਤੈਨੂੰ ਪਵਿੱਤਰ ਸ਼ਬਦ ਦਾ ਜੀਵਨ ਦੇਣ ਲਈ ਤਿਆਰ ਹਾਂ। ਮਾਨਸਿਕ ਚੈਨ ਤੇ ਜੋ ਵੀ ਤੂੰ ਚਾਹੇ, ਪਰ ਤੇਰਾ ਸਿਰ ਕਦੇ ਵੀ ਮੇਰੇ ਕਦਮ ਨਹੀਂ ਛੋਏਗਾ, ਮਰਮਰੀ ਬਾਵੇ ਨੇ ਕਿਹਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।